ਵਾਹਿਗੁਰੂ ਜੀ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨ ਪੂਜੋ। ਮੜ੍ਹੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ। ਤ੍ਰਿਸ਼ਨਾ ਨਾਮ ਬੁਝਾਈ, ਰੀਦਾ ਬਾਰ ਪਰਾਇ ਬੈਸਨਾ। ਸਾਈਂ ਮੁਝੇ ਨਾ ਦੇ, ਜੇ ਤੂੰ ਵੇ ਰਖਸੀ। ਜਿਉ ਸਰੀਰ ਹੋ ਲੇ, ਸੋ ਗੁਰੂ ਪਿਆਰੀ ਗੁਰੂ ਸਵਾਰੀ ਪਿਆਰੀ ਸਾਧ ਸੰਗਤ ਜੀ, ਜੋ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਨਾਲ ਕੁਝ ਗੁਰਮਤਿ ਵਿਚਾਰਾਂ ਦੀ ਸਾਂਝ ਕਰਾਂਗੇ। ਸੋ ਸਤਿਗੁਰੂ ਕਿਰਪਾ ਕਰਕੇ ਸੇਵਾ ਲੈਣ, ਸਮੱਤ ਬਖਸ਼ਣ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਫਤਿਹ ਦੀ ਸਾਂਝ ਪਾਈਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਵਿਸ਼ਾ ਹੈ ਕਿ ਵੇਈਂ ਦੀ ਪੁਕਾਰ ਅਤੇ ਸਿੱਖ ਦੀ ਦੁਬਿਧਾ। ਸੋ ਅੰਮ੍ਰਿਤ ਵੇਲੇ ਦਾ ਸਮਾਂ ਸੀ। ਚੱਲ ਰਹੇ ਕਦਮਾਂ ਵਿੱਚ ਪ੍ਰੀਤਮ ਦੇ ਮਿਲਾਪ ਦੀ ਘੜੀ ਵਰਗੀ ਰੌਂ ਸੀ। ਆਪ ਮੁਹਾਰੇ ਤੁਰੇ ਜਾਂਦੇ ਰਸ ਭਿੰਨੜੀ ਰਹਿਣ ਦਾ ਨਕਸ਼ ਸੀ। ਹਰ ਪਾਸੇ ਆਨੰਦ ਹੀ ਆਨੰਦ ਨਜ਼ਰ ਆ ਰਿਹਾ ਸੀ। ਤੁਰੇ ਜਾਂਦੇ ਕਦਮ ਮੰਜ਼ਿਲ ਦੇ ਨੇੜੇ ਹੋਣ ਦਾ ਸੰਕੇਤ ਦੇ ਰਹੇ ਸਨ। ਜਾਂਦਿਆਂ ਜਾਂਦਿਆਂ ਅਚਾਨਕ ਹੀ ਕਦਮ ਰੁਕੇ, ਪਰ ਮਨ ਅੰਦਰ ਮਾਲਕ ਨੂੰ ਮਿਲਣ ਦੀ ਪਿਆਸ ਅੱਜ ਪਹਿਲਾਂ ਨਾਲੋਂ ਵੀ ਵੱਧ ਲੱਗ ਰਹੀ ਸੀ। ਪਰ ਮਨ ਅੰਦਰ ਹੁਣ ਇੱਕ ਦੁਬਿਧਾ ਸੀ ਕਿ ਜਿਸ ਸੱਜਣ ਦੀ ਛੂਹ ਪ੍ਰਾਪਤ ਅਠਖੇਲੀਆਂ ਕਰਦੀ ਵੇਈਂ ਨੂੰ ਮੈਂ ਮਿਲਣ ਆਇਆ ਸੀ, ਇਹ ਉਹੋ ਹੀ ਹੈ, ਕਿਤੇ ਹੋਰ ਤਾਂ ਨਹੀਂ। ਫਿਰ ਕਹਿਣ ਲੱਗਾ, ਹਾਂ, ਇਹ ਉਹੋ ਹੀ ਵੇਈਂ ਹੈ ਜਿਸ ਦਾ ਜਲ ਕਦੀ ਮੇਰੇ ਪਿਆਰੇ ਗੁਰੂ ਨਾਨਕ ਦੇ ਅੰਗ ਲੱਗ ਪਾਵਨ ਪਵਿੱਤਰ ਹੋ ਗਿਆ ਸੀ। ਪਰ ਇਹ ਵਹਿਣ ਪਹਿਲਾਂ ਵਰਗਾ ਕਿਉਂ ਨਹੀਂ। ਅਜੇ ਮਨ ਵਿੱਚ ਐਸੇ ਦੁਬਿਧਾ ਭਰੇ ਸ਼ੰਕੇ ਪਾਣੀਆਂ ਦੀਆਂ ਲਹਿਰਾਂ ਵਾਂਗ ਉੱਠ ਰਹੇ ਸਨ ਕਿ ਸ਼ਾਂਤੀ ਅਤੇ ਵਿਸਮਾਦ ਭਾਵ ਕਿ ਆਨੰਦ ਵਿੱਚੋਂ ਇਹ ਦੁਬਿਧਾ ਦੀ ਪੈਦਾ ਹੋਈ ਆਵਾਜ਼ ਨੇ ਸ਼ਾਂਤੀ ਅਤੇ ਆਨੰਦ ਦਾ ਸਾਰਾ ਆਲਮ ਹੀ ਬਦਲ ਕੇ ਰੱਖ ਦਿੱਤਾ। ਅੱਜ ਦੇ ਸਮੇਂ ਵਿੱਚ ਵੀ ਕਈ ਮਨੁੱਖਾਂ ਦੇ ਮਨ ਵਿੱਚ ਇੰਨਾ ਪਿਆਰ ਜਾਗਦਾ ਹੈ ਕਿ ਇੰਜ ਲੱਗਦਾ ਹੈ ਜਿਵੇਂ ਗੁਰੂ ਨਾਨਕ ਪਿਆਰੇ ਦੇ ਜਿਵੇਂ ਨਜ਼ਦੀਕ ਪਹੁੰਚਣ ਵਾਲਾ ਹੋਵੇ। ਕਈ ਵਾਰ ਅਸੀਂ ਘਰੋਂ ਗੁਰੂ ਘਰ ਬੜੇ ਸ਼ਾਂਤੀ ਅਤੇ ਆਨੰਦ ਵਿੱਚ ਆਉਂਦੇ ਹਾਂ ਕਿ ਚੱਲ ਕੇ ਗੁਰੂ ਰੂਪ ਗੁਰਬਾਣੀ ਦੇ ਦਰਸ਼ਨ ਕਰੀਏ। ਪਰ ਆਉਂਦਿਆਂ ਆਉਂਦਿਆਂ ਮਨ ਵਿੱਚ ਆਉਂਦਾ ਹੈ ਕਿ ਗੁਰਬਾਣੀ ਦਾ ਰਸ ਨਹੀਂ ਆ ਰਿਹਾ, ਜਾਂ ਸਮਝ ਨਹੀਂ ਆਉਂਦੀ, ਜਾਂ ਖਿਆਲ ਦੁਨਿਆਵੀ ਹੋ ਜਾਂਦੇ ਹਨ।
ਗੁਰਬਾਣੀ ਵੱਲ ਮਨ ਨਹੀਂ ਲੱਗਦਾ, ਉਸ ਸਮੇਂ ਮਨ ਦਾ ਆਨੰਦ, ਸ਼ਾਂਤੀ, ਜੀਵਨ ਦਾ ਆਲਮ ਹੀ ਬਦਲ ਜਾਂਦਾ ਹੈ। ਜਦੋਂ ਮਨ ਦੁਬਿਧਾ ਵਿੱਚ ਆਣ ਕੇ ਰੁਕ ਜਾਂਦਾ ਹੈ ਤਾਂ ਗੁਰੂ ਰੂਪ ਗੁਰਬਾਣੀ ਦੁਬਿਧਾ 'ਚ ਪਏ ਸਿੱਖ ਨੂੰ ਆਵਾਜ਼ ਦਿੰਦੀ ਹੈ, ਆ ਮੇਰੇ ਗੁਰੂ ਦੇ ਪਿਆਰੇ ਸਿੱਖਾ, ਆ ਉਸ ਪਿਆਰੇ ਦੀ ਕੋਈ ਵਿਚਾਰ ਕਰੀਏ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਘਰੋਂ ਆਉਂਦਿਆਂ ਸਾਡੇ ਖਿਆਲ ਦੇ ਮੁਤਾਬਕ ਹੀ ਗੁਰਬਾਣੀ ਦੇ ਸ਼ਬਦ ਚੱਲ ਰਹੇ ਹੁੰਦੇ ਹਨ। ਅਸੀਂ ਇੱਕ ਕਦਮ ਸੋਚਦੇ ਹਾਂ, ਇੱਕਦਮ ਸੋਚਦੇ ਹਾਂ ਕਿ ਸਾਨੂੰ ਗੁਰਬਾਣੀ ਉਹਨਾਂ ਖਿਆਲਾਂ ਦਾ ਉੱਤਰ ਦੇ ਰਹੀ ਹੁੰਦੀ ਹੈ। ਗੁਰਬਾਣੀ ਦਾ ਭਾਵ ਹੈ ਗੁਰੂ ਜੀ ਦੇ ਬਚਨ। ਫਿਰ ਰੁਕੇ ਹੋਏ ਮਨ ਨੂੰ ਗੁਰਬਾਣੀ ਰੂਪੀ ਵੇਈ ਆਵਾਜ਼ ਦਿੰਦੀ ਹੈ, ਇਸ ਵਸਮਾਦ ਭਿੰਨੇ ਸਮੇਂ ਵਿੱਚ ਕਿਸ ਦੇ ਕਦਮਾਂ ਦਾ ਨਾਦ ਹੈ, ਜਿਨ੍ਹਾਂ ਨੇ ਮੈਨੂੰ ਅਜੀਬ ਜਿਹੀ ਖਿੱਚ ਪਾਈ। ਮਨ ਦੇ ਪਿਆਰ ਨਾਲ ਮੈਨੂੰ ਮੋਹ ਕੇ ਮੇਰੇ ਅੰਦਰ ਆਨੰਦਮਈ ਲਹਿਰਾਂ ਛੇੜ ਦਿੱਤੀਆਂ ਸਨ। ਇੰਜ ਲੱਗਦਾ ਹੈ ਜਿਵੇਂ ਮੇਰੇ ਮਾਹੀ ਗੁਰੂ ਨਾਨਕ ਦਾ ਪਿਆਰਾ ਆਇਆ ਹੋਵੇ। ਫਿਰ ਆਖਦੀ, ਨਹੀਂ ਨਹੀਂ, ਜੇ ਮੇਰੇ ਪਿਆਰੇ ਗੁਰੂ ਨਾਨਕ ਦਾ ਸੱਦਾ ਆਇਆ ਹੁੰਦਾ ਤਾਂ ਅਰਸ਼ ਤੋਂ ਉਸ ਦੀ ਆਨੰਦ ਅਨਹਦਮਈ ਰੂਪੀ ਵੰਝਲੀ ਦੀ ਆਵਾਜ਼ ਮੇਰੇ ਸੀਨੇ ਤੱਕ ਪੁੱਜਣੀ ਸੀ। ਫਿਰ ਇਹ ਗੱਲਾਂ ਵਿਚਾਰਾਂ ਕਰਨ ਦਾ ਸਮਾਂ ਕਿੱਥੋਂ ਮਿਲਣਾ ਸੀ। ਫਿਰ ਇਸ ਪਿਆਰੇ ਸਿੱਖ ਨੇ ਅਤੇ ਮੇਰੇ ਕਣ ਕਣ ਨੇ ਪਿਆਰੇ ਦੇ ਪ੍ਰੇਮ ਭਗੂੜੇ ਦਾ ਆਨੰਦ ਮਾਣਨਾ ਸੀ। ਸ਼ੌਹ ਨਾਲ ਮਿਲ ਕੇ ਸ਼ੌਹ ਬਣ ਜਾਣਾ ਸੀ। ਮੈਂ ਤਾਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੀ ਸੀ। ਫਿਰ ਉਸ ਰੁਕੇ ਹੋਏ ਮਨ ਰੂਪੀ ਕਦਮਾਂ ਵਿੱਚੋਂ ਆਵਾਜ਼ ਆਈ ਕਿ ਮੈਂ ਸਿੱਖ ਹਾਂ ਅਤੇ ਮੈਂ ਤੇਰੇ ਦਰਸ਼ਨ ਕਰਕੇ ਆਨੰਦ ਲੈਣ ਆਇਆ ਸੀ। ਫਿਰ ਵੇਈ ਰੂਪੀ ਬਾਣੀ ਵਿੱਚੋਂ ਅਜੀਬ ਜਿਹੀ ਰੋਹ ਭਰੀ ਲਹਿਰ ਉੱਠੀ। ਹੁਣ ਵੀ ਕਈ ਵਾਰ ਇੱਦਾਂ ਹੁੰਦਾ ਹੈ ਕਿ ਗੁਰੂ ਦੇ ਬਚਨ ਜੋ ਸੱਚੇ ਅਤੇ ਬਹੁਤ ਤਿੱਖੇ ਹੁੰਦੇ ਹਨ, ਜੋ ਸਾਨੂੰ ਸੰਸਾਰੀ ਜੀਵਨ ਤੋਂ ਉਲਟ ਲੱਗਦੇ ਹਨ, ਪਰ ਅਸੀਂ ਸਮਝਣਾ ਨਹੀਂ ਚਾਹੁੰਦੇ। ਆਵਾਜ਼ ਆਈ ਕਿ ਹੈ ਮੇਰੇ ਪ੍ਰੀਤਮ ਪਿਆਰੇ ਦਾ ਸਿੱਖ, ਪਰ ਮੇਰੇ ਪਿਆਰੇ ਨੇ ਤਾਂ ਤੈਨੂੰ ਅੰਗਾਂ ਨਾਲ ਲਾ ਕੇ ਆਪਣਾ ਆਤਮਿਕ ਖਜ਼ਾਨਾ ਤੇਰੇ ਹਿਰਦੇ ਵਿੱਚ ਟਿਕਾ ਦਿੱਤਾ ਸੀ। ਤੈਨੂੰ ਮਾਨਸ ਤੋਂ ਦੇਵਤਾ ਬਣਾ ਦਿੱਤਾ ਸੀ। ਤੇਰੇ ਤੇ ਮਾਲਕ ਨੇ ਅੰਮ੍ਰਿਤ ਰਸ ਦੀਆਂ ਝੜੀਆਂ ਲਾ ਦਿੱਤੀਆਂ ਸਨ। ਤੈਥੋਂ ਆਪਣੀਆਂ ਸਭ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਸਨ। ਪਰ ਗੱਲ ਕੀ ਹੋਈ? ਤੇਰੇ ਨਾਲ ਮਿਲਣ ਕਰਕੇ ਮੈਨੂੰ ਮੇਰੇ ਮਾਹੀ ਦਾ ਵਡਿਆਈ ਰੂਪੀ ਆਨੰਦ ਨਹੀਂ ਮਿਲਿਆ। ਅਸਲ ਵਿੱਚ ਗੱਲ ਕੀ ਹੋਈ? ਸਿੱਖ ਆਖਵਾਉਣ ਵਾਲੇ ਇਹ ਸਿੱਖਾ, ਜ਼ਰੂਰ ਤੇਰੇ ਵਿੱਚ ਕਿਤੇ ਨਾ ਕਿਤੇ ਖੋਟ ਹੈ। ਸ਼ਾਇਦ ਤੂੰ ਆਪਣੇ ਪਿਆਰੇ ਗੁਰੂ ਨਾਨਕ ਨੂੰ ਹਿਰਦੇ ਵਿੱਚੋਂ ਵਸਾਰ ਦਿੱਤਾ ਹੈ, ਨਹੀਂ ਤਾਂ ਤੇਰੀ ਛੂਹ ਨਾਲ ਜਰਰੇ ਜਰਰੇ ਕਣ ਕਣ ਵਿੱਚ ਅਣਹੱਦ ਧੁਨੀਆਂ ਛਿੜ ਪੈਣੀਆਂ ਸਨ। ਫਿਰ ਵੇਈ ਕਹਿਣ ਲੱਗੀ
कि मैं ਤਾਂ ਰਾਹ ਤੱਕਦੀ ਤੱਕਦੀ ਹਾਰ ਗਈ ਹਾਂ ਕਿ ਕੋਈ ਮੇਰੇ ਪਿਆਰੇ ਦੀ ਉਸਤਤ ਸੁਣਾਵੇ। ਐ ਭੋਲਿਆ ਸਿੱਖਾ, ਚੱਲ ਪਿਆਰੇ ਦੀਆਂ ਕੁਝ ਇਲਾਹੀ ਬਾਤਾਂ ਛੇੜੀਏ। ਮੈਨੂੰ ਮੇਰੇ ਮਾਹੀ ਦੀਆਂ ਉਹ ਆਨੰਦਮਈ ਘੜੀਆਂ ਯਾਦ ਹਨ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੇਰੀ ਵੀ ਜ਼ਮੀਰ ਜਾਗ ਪਵੇ, ਤੈਨੂੰ ਤੇਰਾ ਵਿਰਸਾ ਯਾਦ ਆ ਜਾਵੇ ਅਤੇ ਮੈਨੂੰ ਵੀ ਆਨੰਦ ਆ ਜਾਵੇ। ਫਿਰ ਵੇਈ ਕਹਿਣ ਲੱਗੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ, ਠੰਡਾ ਨੀਰ ਵਹਿ ਰਿਹਾ ਸੀ। ਅਚਾਨਕ ਹੀ ਆ ਕੇ ਉਸ ਨਿਰਾਲੀ ਜੋਤ ਨੇ ਮੇਰੇ ਵਿੱਚ ਡੁਬਕੀ ਲਗਾਈ, ਮੇਰੇ ਅੰਦਰ ਡੁਬਕੀ ਲਗਾਈ। ਮੇਰੇ ਕਣ ਕਣ ਵਿੱਚ ਵਿਸਮਾਦ ਦੇ ਚਸ਼ਮੇ ਫੁੱਟ ਪਏ। ਮੇਰੇ ਨੈਣਾਂ ਦੀ ਨੀਂਦਰ ਮਸਤੀ ਵਿੱਚ ਬਦਲ ਗਈ। ਮੈਂ ਆਪਣੇ ਪ੍ਰੀਤਮ ਪਿਆਰੇ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ। ਪਰ ਲੋਕ ਸਮਝਦੇ ਸਨ ਕਿ ਉਸ ਨੇ ਮੇਰੇ ਜਲ ਵਿੱਚ ਡੁਬਕੀ ਮਾਰੀ ਹੈ, ਪਰ ਮੈਨੂੰ ਤਾਂ ਲੋਕ ਕਾਲੀ ਵੇਈ ਆਖਦੇ ਸੀ। ਉਧਰ ਮੇਰਾ ਪਿਆਰਾ ਤਾਂ ਸ਼ਬਦ ਰੂਪੀ ਸਮੁੰਦਰ ਵਿੱਚ ਡੁਬਕੀਆਂ ਲਗਾ ਰਿਹਾ ਸੀ, ਪਰ ਲੋਕਾਂ ਨੇ ਮੇਰਾ ਕਣ ਕਣ ਫਰੋਲ ਛੱਡਿਆ। ਮੈਂ ਤਾਂ ਅਕਾਲ ਪੁਰਖ ਨੂੰ ਮਿਲਣ ਦਾ ਇੱਕ ਬਹਾਨਾ ਸੀ, ਪਰ ਮੈਨੂੰ ਪਵਿੱਤਰ ਕਰ ਗਿਆ। ਉਹਦੇ ਹਿਰਦੇ ਵਿੱਚੋਂ ਤਾਂ ਸ਼ਬਦਾਂ ਦੀਆਂ ਵੇਈਆਂ ਨਿਕਲਦੀਆਂ ਸਨ। ਕਦੇ ਜਪਜੀ ਸਾਹਿਬ ਦਾ ਮਧੁਰ ਝਰਨਾ, ਕਦੇ ਤੂੰ ਹੀ ਤੂੰ ਹੀ ਤੂੰ ਹੀ ਦਾ ਆਨੰਦਮਈ ਰਾਗ ਹੁੰਦਾ ਸੀ। ਪਰ ਐ ਸਿੱਖਾ, ਤੂੰ ਗੁਰੂ ਨਾਨਕ ਦੇ ਹਿਰਦੇ ਵਿੱਚੋਂ ਨਿਕਲੀਆਂ ਗੁਰ ਸ਼ਬਦਾਂ ਦੀਆਂ ਵੇਈਆਂ ਵਿੱਚ ਇਸ਼ਨਾਨ ਨਹੀਂ ਕਰਦਾ। ਜੇਕਰ ਕਰਦਾ ਹੁੰਦਾ ਤਾਂ ਗੁਰ ਸ਼ਬਦ ਦਾ ਆਨੰਦ ਤੈਨੂੰ ਜ਼ਰੂਰ ਮਿਲਣਾ ਸੀ। ਜਿਨ੍ਹਾਂ ਨੇ ਗੁਰ ਸ਼ਬਦ ਰੂਪੀ ਵੇਈ ਵਿੱਚ ਟੁੱਬੀਆਂ ਲਾਈਆਂ, ਉਹਨਾਂ ਨੇ ਆਰਿਆਂ ਨਾਲ ਤਨ ਚਰਵਾ ਕੇ ਤੇ ਬੰਦ ਬੰਦ ਕਟਵਾ ਕੇ ਵੀ ਗੁਰੂ ਸ਼ਬਦ ਦਾ ਨਾਮ ਉੱਚਾ ਰੱਖਿਆ। ਪਰ ਅੱਜ ਦਾ ਸਿੱਖ ਪਖੰਡੀਆਂ ਦੀਆਂ ਚਿੱਪੀਆਂ ਵਿੱਚੋਂ ਅੰਮ੍ਰਿਤ ਜਲ ਭਾਲਦਾ ਫਿਰਦਾ। ਵੇਈ ਇੰਨਾ ਕਹਿ ਕੇ ਚੁੱਪ ਕਰ ਗਈ ਤੇ ਛਨਾਟਾ ਜਿਹਾ ਛਾ ਗਿਆ। ਫਿਰ ਇੱਕ ਲੰਬਾ ਜਿਹਾ ਹੌਕਾ ਲੈ ਕੇ ਇੱਕਦਮ ਆਵਾਜ਼ ਆਈ ਕਿ ਐ ਭੋਲੇ ਸਿੱਖਾ, ਤੂੰ ਸ਼ਾਇਦ ਭੁੱਲ ਗਿਆ, ਪਰ ਮੈਨੂੰ ਅਜੇ ਵੀ ਯਾਦ ਹੈ। ਜੋ ਆਵਾਜ਼ ਸਾਰੇ ਸੰਸਾਰ ਨੂੰ ਬਦਲ ਦੇਣ ਦੀ ਸਮਰੱਥਾ ਰੱਖਦੀ ਹੈ। ਉਹ ਆਵਾਜ਼ ਸੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਉਹ ਆਵਾਜ਼ ਹੈ ਜਿਸ ਨੂੰ ਸੁਣ ਕੇ ਅਗਿਆਨਤਾ ਅਤੇ ਪਾਪਾਂ ਦੀ ਧੁੰਦ ਦੂਰ ਹੋਣ ਲੱਗ ਪਈ ਸੀ। ਪ੍ਰਕਾਸ਼, ਤੇਰੇ ਅੰਦਰੋਂ ਇਹ ਸ਼ਬਦ ਅਲੋਪ ਨਾ ਹੁੰਦਾ
ਜਦੋਂ ਮੈਂ ਅੱਜ ਦੇ ਸਿੱਖ ਨੂੰ ਵੇਖਦੀ ਹਾਂ ਤਾਂ ਮੇਰਾ ਮਨ ਰੋ ਉੱਠਦਾ ਹੈ ਕਿ ਜੋ ਇਹ ਕੂੜ ਵਪਾਰ ਦੀਆਂ ਮਿਰਗਾਵਲੀਆਂ ਅੱਗੇ ਸਿਰ ਝੁਕਾਈ ਖੜਾ ਹੈ, ਗੁਰੂ ਗਿਆਨ ਤੋਂ ਦੂਰ ਜਾ ਰਿਹਾ ਹੈ, ਗੁਰੂ ਸ਼ਬਦ ਨੂੰ ਭੁੱਲ ਚੁੱਕਾ ਹੈ, ਗੁਰਬਾਣੀ ਤੋਂ ਹੌਲੀ ਹੌਲੀ ਦੂਰ ਜਾ ਰਿਹਾ ਹੈ, ਗੁਰੂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਜਿਸ ਸ਼ਬਦ ਦੀ ਵੰਗਾਰ ਨਾਲ ਹੀ ਕੂੜ ਕਸੱਤ ਦੀਆਂ ਇਹ ਮਿਰਗਾਵਲੀਆਂ ਭੱਜ ਜਾਂਦੀਆਂ ਸਨ। ਜਦੋਂ ਮੇਰਾ ਸੌ ਹੱਟ ਵਿੱਚ ਬੈਠਾ ਤਾਂ ਤੇਰਾ ਤੇਰਾ ਕਹਿ ਕੇ ਤੋਲੀ ਗਿਆ, ਕੋਈ ਵੀ ਖਾਲੀ ਨਹੀਂ ਮੁੜਿਆ। ਜਦੋਂ ਉਹ ਕੌਤਕ ਤੇ ਉਸ ਮਾਹੀ ਦੀ ਵਡਿਆਈ ਨੂੰ ਸੁਣਦੀ ਹਾਂ ਤਾਂ ਮੈਨੂੰ ਆਨੰਦ ਮਿਲਦਾ ਹੈ। ਅੱਜ ਗੁਰੂ ਨਾਨਕ ਦੇ ਸਿੱਖਾਂ ਨੇ ਉਸ ਦੇ ਨਾਮ ਤੇ ਵੱਡੇ ਵੱਡੇ ਸਟੋਰ ਖੋਲ੍ਹੇ, ਪਰ ਉੱਥੇ ਗਰੀਬਾਂ ਤੇ ਸਿੱਖਾਂ ਨੂੰ ਹੀ ਠੱਗਿਆ ਜਾਂਦਾ ਹੈ। ਗੁਰੂ ਨਾਨਕ ਨਾਮ ਦੇ ਹੱਟ ਸੱਚਾ ਸੌਦਾ। ਇਸ ਤਰ੍ਹਾਂ ਕਰਕੇ ਗੁਰੂ ਨਾਨਕ ਨਾਮ ਦੇ ਨਾਮ ਤੇ ਵੱਡੇ ਵੱਡੇ ਹੱਟ ਖੋਲ੍ਹੇ, ਪਰ ਉੱਥੋਂ ਦੇ ਹੱਟ ਦੇ ਮਾਲਕਾਂ ਦੇ ਮਨ ਵਿੱਚ ਦਇਆ ਨਹੀਂ। ਉੱਥੇ ਹਰ ਇੱਕ ਗਰੀਬ ਨੂੰ, ਸਿੱਖਾਂ ਨੂੰ ਲੁੱਟਿਆ ਜਾਂਦਾ ਹੈ। ਮੇਰੇ ਪਿਆਰੇ ਗੁਰੂ ਨਾਨਕ ਦਾ ਸੱਚਾ ਸੌਦਾ ਯਾਦ ਵੀ ਨਾ ਰਿਹਾ। ਫਿਰ ਵੇਈ ਕਹਿਣ ਲੱਗੀ, ਜਦੋਂ ਤੂੰ ਗੁਰ ਸ਼ਬਦ ਦਾ, ਸੱਚ ਦਾ ਵਪਾਰ ਛੱਡ ਕੇ ਕੂੜ ਧਾਰੀਆਂ ਦੇ ਬਣਾਏ ਡੇਰਿਆਂ ਤੇ ਜਾ ਕੇ ਸੀਸ ਝੁਕਾਉਂਦਾ ਹੈ ਤਾਂ ਮੈਨੂੰ ਉਦੋਂ ਮਰਨ ਨੂੰ ਥਾਂ ਨਹੀਂ ਲੱਭਦੀ। ਕਿ ਗੁਰੂ ਨਾਨਕ ਦਾ ਸਿੱਖ ਹੋਵੇ। ਗੁਰੂ ਨਾਨਕ ਨੇ ਤਾਂ ਕਿਹਾ ਸੀ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਅਕਾਲ ਪੁਰਖ ਹੀ ਸਭ ਕੁਝ ਹੈ, ਉਸ ਨੂੰ ਹੀ ਮੰਨਣਾ ਹੈ। ਪਰ ਅੱਜ ਦਾ ਸਿੱਖ ਕੂੜ ਧਾਰੀਆਂ ਦੇ ਬਣਾਏ ਹੋਏ ਡੇਰਿਆਂ ਤੇ ਜਾ ਜਾ ਕੇ ਸੀਸ ਝੁਕਾਉਂਦਾ ਹੈ, ਉਹਨਾਂ ਦੇ ਪੈਰ ਦਬਾਉਂਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ। ਪਰ ਮੇਰੇ ਮਾਲਕ ਦੇ, ਗੁਰੂ ਨਾਨਕ ਦੇ ਗਿਆਨ ਨੂੰ ਭੁੱਲ ਗਿਆ, ਗਿਆਨ ਤੋਂ ਵਾਂਝਾ ਹੋ ਗਿਆ ਕਿ ਮੇਰੇ ਮਾਲਕ ਦੇ ਕੀਤੇ ਉਪਕਾਰਾਂ ਦਾ ਅੱਜ ਇਹ ਹਾਲ ਹੋ ਰਿਹਾ। ਇਹ ਸੁਣ ਕੇ ਮੈਨੂੰ ਮਰਨ ਨੂੰ ਥਾਂ ਨਹੀਂ ਮਿਲਦੀ। ਮੈਂ ਤੈਨੂੰ ਅੱਜ ਕਿਹੜੀ ਜ਼ੁਬਾਨ ਨਾਲ ਗੁਰੂ ਨਾਨਕ ਦਾ ਲਾਡਲਾ ਸਿੱਖ ਆਖਾਂ ਕਿ ਇਹ ਸਿੱਖਾ, ਤੇਰੇ ਕਾਰਨਾਮੇ ਤਾਂ ਮੈਨੂੰ ਵੀ ਸ਼ਰਮਸਾਰ ਕਰਦੇ ਹਨ। ਕਿ ਤੇਰੇ ਕਾਰਨਾਮੇ, ਜਿਨ੍ਹਾਂ ਤੋਂ ਤੈਨੂੰ ਗੁਰੂ ਨੇ ਰੋਕਿਆ ਸੀ, ਤੂੰ ਉਹ ਕਰਦਾ ਹੈ। ਤੇਰੇ ਕੰਮ ਕਰਦੇ ਕੀਤੇ ਹੋਏ ਤੇਰੇ ਕਾਰਨਾਮੇ ਤਾਂ ਮੈਨੂੰ ਵੀ ਸ਼ਰਮਸਾਰ ਕਰਦੇ ਹਨ। ਮੈਂ ਤੈਨੂੰ ਕਿਵੇਂ ਗੁਰੂ ਨਾਨਕ ਦਾ ਲਾਡਲਾ ਤੇ ਪਿਆਰਾ ਸਿੱਖ ਆਖਾਂ। ਸੋ ਗੁਰੂ ਪਿਆਰਿਓ, ਸੋ ਇਸ ਤੋਂ ਅੱਗੇ ਸਤਿਗੁਰੂ ਸਮਾਂ ਬਖਸ਼ਣ, ਆਪਾਂ ਫਿਰ ਵਿਚਾਰ ਕਰਾਂਗੇ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ ਜੀ। ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਇਸ ਤੋਂ ਅੱਗੇ ਇਸੇ ਹੀ ਵਿਸ਼ੇ ਤੇ ਫਿਰ ਵਿਚਾਰ ਕਰਾਂਗੇ। ਸਤਿਗੁਰੂ ਸਮਾਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।